ਹੈਲੋ, ਮੈਂ ਸੋਨਜੀਤ ਰਾਹੁਲ ਤੁਹਾਡਾ ਸਾਰਿਆਂ ਦਾ ਇਸ ਔਨਲਾਈਨ ਵੀਡੀਓ ਸੈਸ਼ਨ ਦੇ ਲੈਕਚਰ ਨੰਬਰ 4 ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਆਈ ਐਮ ਸੋਨਜੀਤ ਰਾਹੁਲ, ਲੈਕਚਰ ਸਿਵਲ ਇਨ ਗਵਰਨਮੈਂਟ ਪੋਲੀਟੈਕਨੀਕਲ ਕਾਲਜ ਤਲਵਾੜਾ। ਦਿਸ ਇਜ਼ ਦ ਲੈਕਚਰ 4 ਆਫ ਰੀਇਨਫੋਰਸਡ ਸੀਮੈਂਟ ਕੰਕਰੀਟ ਡਿਜ਼ਾਈਨ। ਇਸ ਲੈਕਚਰ ਦੇ ਵਿੱਚ ਆਪਾਂ ਚੈਪਟਰ 2 ਦਾ ਪਾਰਟ 2 ਡਿਸਕਸ ਕਰਾਂਗੇ। ਚੈਪਟਰ ਨੇਮ ਹੈ ਮੈਥਡਸ ਆਫ RCC ਡਿਜ਼ਾਈਨ। ਮੈਂ ਚੈਪਟਰ 2 ਦਾ ਪਾਰਟ 1 ਥਰਡ ਲੈਕਚਰ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਲੈਕਚਰ 3 ਦੇ ਵਿੱਚ ਆਪਾਂ ਵਰਕਿੰਗ ਸਟ੍ਰੈਸ ਮੈਥਡ ਪੜ੍ਹਿਆ ਸੀਗਾ। ਨੈਕਸਟ ਹੈ ਲਿਮਿਟ ਸਟੇਟ ਮੈਥਡ। ਲਾਸਟ ਲੈਕਚਰ ਦੇ ਵਿੱਚ ਆਪਾਂ ਪੜ੍ਹਿਆ ਸੀ ਕਾਫੀ ਸਾਰੇ ਮੈਥਡਸ ਕਿਸੇ ਵੀ ਰੀਇਨਫੋਰਸਡ ਕੰਕਰੀਟ ਸਟਰਕਚਰ ਨੂੰ ਡਿਜ਼ਾਈਨ ਕਰਨ ਦੇ ਲਈ। ਫਸਟ ਵਰਕਿੰਗ ਸਟ੍ਰੈਸ ਮੈਥਡ, ਸੈਕਿੰਡ ਅਲਟੀਮੇਟ ਲੋਡ ਮੈਥਡ, ਥਰਡ ਵਨ ਇਜ਼ ਲਿਮਿਟ ਸਟੇਟ ਮੈਥਡ। ਵਰਕਿੰਗ ਸਟ੍ਰੈਸ ਮੈਥਡ ਆਪਾਂ ਲਾਸਟ ਲੈਕਚਰ ਦੇ ਵਿੱਚ ਪੜ੍ਹ ਚੁੱਕੇ ਹਾਂ। ਅਲਟੀਮੇਟ ਲੋਡ ਮੈਥਡ ਡਿਪਲੋਮਾ ਲੈਵਲ ਦੇ ਸਿਲੇਬਸ ਵਿੱਚ ਨਹੀਂ ਹੈ। ਲਿਮਿਟ ਸਟੇਟ ਮੈਥਡ ਹੈ, ਸੋ ਲਿਮਿਟ ਸਟੇਟ ਮੈਥਡ ਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਲਿਮਿਟ ਸਟੇਟ ਮੈਥਡ ਜੋ ਵੀ ਇਹਦੇ ਵਿੱਚ ਲਿਮਿਟਸ ਹੋਣਗੀਆਂ ਐਜ਼ ਪਰ IS ਕੋਡਲ ਪ੍ਰੋਵੀਜ਼ਨ 456/2000 ਦੇ ਅਕੋਰਡਿੰਗ ਹੋਣਗੀਆਂ। ਦੇਰ ਇਜ਼ 2 ਨੋਟ 200 ਸੋਰੀ ਮਿਸਟੇਕ, ਦੇਰ ਇਜ਼ ਅ ਮਿਸਟੇਕ 200 ਦੀ ਜਗ੍ਹਾ 2000। ਆਪਾਂ ਹਜੇ ਤੱਕ ਜੋ ਵੀ ਪੜ੍ਹਿਆ ਹੈ ਵਰਕਿੰਗ ਸਟ੍ਰੈਸ ਮੈਥਡ ਇੱਕ ਕਾਫੀ ਸਾਰੇ ਸੈਟਿਸਫੈਕਟਰੀ ਪਰਫੋਰਮੈਂਸ ਦਿੰਦਾ ਸਟਰਕਚਰ ਦੀਆਂ, ਬਟ ਸਿਰਫ ਵਰਕਿੰਗ ਲੋਡ 'ਤੇ ਹੀ। ਲੇਕਿਨ ਉਹ ਅਗਰ ਅਲਟੀਮੇਟ ਲੋਡ ਦੀ ਗੱਲ ਕਰੀਏ ਤਾਂ ਉਹ ਅਨਰੀਅਲਿਸਟਿਕ ਬਿਹੇਵ ਕਰਦਾ, ਕਿਉਂਕਿ ਆਪਾਂ ਇਹ ਮੰਨ ਕੇ ਚੱਲਦੇ ਵਰਕਿੰਗ ਸਟ੍ਰੈਸ ਮੈਥਡ ਲਾਸਟਿਕ ਥਿਊਰੀ ਦੇ ਉੱਪਰ ਬੇਸ ਆ। ਸੋ ਵਰਕਿੰਗ ਲੋਡ ਦੇ ਅੰਡਰ ਤਾਂ ਇਹ ਕਾਫੀ ਬੈਟਰ ਆ ਵਰਕਿੰਗ ਸਟ੍ਰੈਸ ਮੈਥਡ। ਲੇਕਿਨ ਅਗਰ ਵਰਕਿੰਗ ਲੋਡ ਤੋਂ ਉੱਪਰ ਦੀ ਗੱਲ ਕਰੀਏ, ਅਲਟੀਮੇਟ ਲੋਡ ਦੀ ਗੱਲ ਕਰੀਏ, ਤਾਂ ਵਰਕਿੰਗ ਸਟ੍ਰੈਸ ਮੈਥਡ ਅੱਛੇ ਰਿਜ਼ਲਟ ਨਹੀਂ ਦਿੰਦਾ। ਇਸੇ ਕਰਕੇ ਅੱਛਾ ਮੈਥਡ ਤਾਂ ਉਹੀ ਹੁੰਦਾ ਜਿਹੜਾ ਕਿ ਇਕੱਲੀ ਇੱਕ ਅਲਟੀਮੇਟ ਸਟਰੈਂਥ ਹੀ ਨਾ ਦੇਵੇ, ਉਹਦੇ ਨਾਲ ਨਾਲ ਸਰਵਿਸਿਬਿਲਿਟੀ ਐਂਡ ਡਿਊਰੇਬਿਲਿਟੀ ਰਿਕੁਆਇਰਮੈਂਟਸ ਵੀ ਪ੍ਰੋਵਾਈਡ ਕਰੇ। ਸੋ ਸਭ ਤੋਂ ਪਹਿਲਾਂ ਲਿਮਿਟ ਸਟੇਟ ਇੱਕ ਅਸੈਪਟੇਬਲ ਲਿਮਿਟਸ ਆ ਫॉर द ਸੇਫਟੀ ਐਂਡ ਸਰਵਿਸਿਬਿਲਿਟੀ ਰਿਕੁਆਇਰਮੈਂਟ ਆਫ ਦੀ ਸਟਰਕਚਰ ਬਿਫੋਰ ਫੇਲੀਅਰ। ਫੇਲੀਅਰ ਹੋਣ ਤੋਂ ਪਹਿਲਾਂ ਸੇਫਟੀ ਐਂਡ ਸਰਵਿਸਿਬਿਲਿਟੀ ਰਿਕੁਆਇਰਮੈਂਟਸ ਹੁੰਦੀਆਂ ਕੁਛ ਸਟਰਕਚਰ ਦੀਆਂ, ਉਹਦੇ ਲਈ ਕੁਛ ਅਸੈਪਟੇਬਲ ਲਿਮਿਟਸ ਆ, ਉਹਨਾਂ ਨੂੰ ਆਪਾਂ ਕਹਿੰਦੇ ਲਿਮਿਟ ਸਟੇਟ। ਨੈਕਸਟ ਹੈ ਲਿਮਿਟ ਸਟੇਟ ਮੈਥਡ ਦੇ ਕੁਛ ਸੇਲੀਐਂਟ ਫੀਚਰਸ, ਇਹਦੀਆਂ ਕੁਛ ਪ੍ਰੋਪਰਟੀਜ਼। ਇਸ ਮੈਥਡ ਦੇ ਵਿੱਚ ਆਪਾਂ ਸਟਰਕਚਰ ਨੂੰ ਡਿਜ਼ਾਈਨ ਕਰ ਸਕਦੇ ਹਾਂ ਤਾਂ ਕਿ ਹਰ ਇੱਕ ਤਰ੍ਹਾਂ ਦਾ ਲੋਡ ਇਹ ਵਿਦਸਟੈਂਡ ਕਰ ਸਕੇ ਥਰੂ ਆਊਟ ਇਟਸ ਲਾਈਫ ਸਪੈਨ, ਅਤੇ ਸਰਵਿਸਿਬਿਲਿਟੀ ਰਿਕੁਆਇਰਮੈਂਟਸ ਨੂੰ ਵੀ ਸੈਟਿਸਫਾਈ ਕਰੇ। ਸੱਚ ਕੋਈ ਵੀ ਐਕਸੈਸਿਵ ਡਿਫਲੈਕਸ਼ਨ ਨਾ ਹੋਏ, ਕਰੈਕਿੰਗ ਨਾ ਹੋਏ, ਵਾਈਬ੍ਰੇਸ਼ਨਸ ਨਾ ਹੋਣ ਕਿਸੇ ਵੀ ਸਟਰਕਚਰ ਦੇ ਵਿੱਚ। ਇਹ ਜਿਹੜਾ ਮੈਥਡ ਹੈ ਡਿਜ਼ਾਈਨ ਦਾ, ਇਹ ਬੇਸਡ ਆ ਅਲਟੀਮੇਟ ਲੋਡਸ ਐਂਡ ਸਰਵਿਸਿਬਿਲਿਟੀ ਰਿਕੁਆਇਰਮੈਂਟ। ਵਰਕਿੰਗ ਸਟ੍ਰੈਸ ਮੈਥਡ ਬੇਸਡ ਲਾਸਟਿਕ ਥਿਊਰੀ ਦੇ ਉੱਪਰ। ਲਿਮਿਟ ਸਟੇਟ ਮੈਥਡ ਦੇ ਵਿੱਚ ਜਿਹੜੀਆਂ ਕੋਈ ਵੀ ਡਿਜ਼ਾਈਨ ਵੈਲਿਊਜ਼ ਆਪਾਂ ਜਿਹੜੀਆਂ ਓਬਟੇਨ ਕਰਨੀਆਂ, ਉਹ ਵਰਕਿੰਗ ਲੋਡਸ ਦੇ ਨਾਲ ਮਲਟੀਪਲਾਈ ਕਰਾਂਗੇ ਪਾਰਸ਼ੀਅਲ ਫੈਕਟਰ ਆਫ ਸੇਫਟੀ। ਉਹਦੇ ਵਿੱਚ ਫੈਕਟਰ ਆਫ ਸੇਫਟੀ ਸੀ ਉਹ ਵੀ ਸਿਰਫ ਸਟਰੈਂਥ ਦੇ ਲਈ, ਕੰਕਰੀਟ ਐਂਡ ਸਟੀਲ ਦੇ ਲਈ ਡਿਫਰੈਂਟ ਵੈਲਿਊਜ਼ ਦੀ। ਵਰਕਿੰਗ ਸਟ੍ਰੈਸ ਮੈਥਡ ਦੇ ਲਈ ਫੈਕਟਰ ਆਫ ਸੇਫਟੀ, ਲਿਮਿਟ ਸਟੇਟ ਮੈਥਡ ਦੇ ਲਈ ਪਾਰਸ਼ੀਅਲ ਫੈਕਟਰ ਆਫ ਸੇਫਟੀ। ਇਹਦੇ ਵਿੱਚ ਜਿਹੜੀਆਂ ਵਰਕਿੰਗ ਲੋਡਸ ਹੋਣਗੇ ਉਹਨੂੰ ਆਪਾਂ ਮਲਟੀਪਲਾਈ ਕਰਾਂਗੇ ਪਾਰਸ਼ੀਅਲ ਫੈਕਟਰ ਸੇਫਟੀ ਦੇ ਨਾਲ, ਅਤੇ ਜਿਹੜੀ ਸਟਰੈਂਥ ਆਫ ਮਟੀਰੀਅਲ ਹੋਏਗੀ ਉਹਨੂੰ ਆਪਾਂ ਡਿਵਾਈਡ ਕਰਾਂਗੇ ਡਿਜ਼ਾਈਨ ਸਟਰੈਂਥ ਕੈਲਕੂਲੇਟ ਕਰਨ ਦੇ ਲਈ ਕਰੈਕਟਰਿਸਟਿਕ ਸਟਰੈਂਥ ਜਾਂ ਅਲਟੀਮੇਟ ਸਟਰੈਂਥ ਨੂੰ ਪਾਰਸ਼ੀਅਲ ਫੈਕਟਰ ਆਫ ਸੇਫਟੀ ਦੇ ਨਾਲ ਡਿਵਾਈਡ ਕਰਾਂਗੇ। ਸੋ different types of limit state of collapse, ultimate limit state ਜਾਂ limit state of serviceability। ਕੁਛ ਅਦਰ ਲਿਮਿਟ ਸਟੇਟਸ ਵੀ ਹੁੰਦੀਆਂ, ਬਟ ਮੇਨ ਜਿਹੜੀ ਲਿਮਿਟ ਸਟੇਟਸ ਆਰ ਮੇਨਲੀ of two types: limit state of collapse, limit states of serviceability। limit state of collapse ਡੀਲ ਕਰਦਾ strength and stability of the structure ਦੇ ਨਾਲ under maximum design load। limit state of serviceability ਡੀਲ ਕਰਦਾ deflection and
cracking ਦੇ ਨਾਲ under service load, durability under working environment like stability and fire resistance etc. Limit state of collapse as per जो भी IS 456/2000 ਦੀ ਕੋਡਲ ਪ੍ਰੋਵੀਜ਼ਨ ਹੈ ਕਲੌਜ਼ ਨੰਬਰ 35.2 ਆਈ ਹੋਪ ਤੁਹਾਡੇ ਸਾਰਿਆਂ ਦੇ ਕੋਲ ਇਹਦੀ ਕਾਪੀ ਹਾਰਡ ਕਾਪੀ ਹੋਏਗੀ. ਇਟ ਡਿਪੈਂਡਸ ਅਪੋਨ ਦਾ ਅਲਟੀਮੇਟ ਸਟਰੈਂਥ. it has been introduced from the safety requirement. Limit state of collapse ਜੋ ਵੀ ਆ ਲਿਮਿਟ ਸਟੇਟ ਆਫ ਕੋਲੈਪਸ ਅਕਰ ਉਦੋਂ ਕਰੇਗਾ ਜਦੋਂ ਸਟਰਕਚਰ ਦਾ ਪੂਰਾ ਸਟਰਕਚਰ ਜਾਂ ਸਟਰਕਚਰ ਦਾ ਕੋਈ ਪਾਰਟ ਕਲੈਪਸ ਕਰ ਜਾਵੇ ਅੰਡਰ ਦ ਫੋਲੋਇੰਗ ਕੰਡੀਸ਼ਨ. ਲਿਮਿਟ ਸਟੇਟ ਆਫ ਕੋਲੈਪਸ ਇਨ ਫਲੈਕਚਰ, ਲਿਮਿਟ ਸਟੇਟ ਆਫ ਕੋਲੈਪਸ ਇਨ ਕੰਪਰੈਸ਼ਨ, ਸ਼ੀਅਰ, ਟੋਰਜਨ, ਬੌਂਡ. ਮਤਲਬ ਕਿਸੇ ਵੀ ਕਾਰਨ ਕਰਕੇ ਫਲੈਕਚਰ, ਕੰਪਰੈਸ਼ਨ, ਸ਼ੀਅਰ, ਟੋਰਜਨ ਜਾਂ ਬੌਂਡ ਕਰਕੇ ਅਗਰ ਸਟਰਕਚਰ ਦੇ ਕਿਸੇ ਦੇ ਪਾਰਟ ਦੇ ਵਿੱਚ ਕੁਛ ਥੋੜ੍ਹਾ ਜਿਹਾ ਵੀ ਕਰੈਕ ਆਉਂਦਾ ਜਾਂ ਫੇਲੀਅਰ ਹੁੰਦਾ ਉਹਨੂੰ ਆਪਾਂ ਲਿਮਿਟ ਸਟੇਟ ਆਫ ਕੋਲੈਪਸ ਹੀ ਕਹਾਂਗੇ. ਇਹ ਵਾਲੀਆਂ ਕੁਛ ਸੇਫਟੀ ਰਿਕੁਆਇਰਮੈਂਟਸ ਲਿਮਿਟ ਸਟੇਟ ਆਫ ਕੋਲੈਪਸ ਦੇ ਅੰਡਰ. limit state of serviceability as per IS Codal provision 456/2000. Sorry, there is a 2000 not 200. Clause number 35.3. Limit state of serviceability relate करता है performance and behavior of structure नाल at service load and working load. So limit state is introduced to prevent the objectionable deflection and cracking. ਤਾਂ ਕਿ ਜ਼ਿਆਦਾ ਡਿਫਲੈਕਸ਼ਨ ਨਾ ਹੋਏ ਅਤੇ ਜ਼ਿਆਦਾ ਕ੍ਰੈਕਿੰਗ ਨਾ ਹੋਏ. ਡਿਫਲੈਕਸ਼ਨ ਐਂਡ ਕ੍ਰੈਕਿੰਗ ਦੇ ਨਾਲ ਲਿਮਿਟ ਸਟੇਟ ਸਰਵਿਸਿਬਿਲਿਟੀ ਡੀਲ ਕਰੇਗਾ. ਜਨਰਲੀ ਡਿਜ਼ਾਈਨ ਜਿਹੜਾ ਆਪਾਂ ਕਰੀਦਾ ਉਹ ਵੇਸਡ ਅਪੋਨ ਲਿਮਿਟ ਸਟੇਟ ਆਫ ਕੋਲੈਪਸ ਐਂਡ ਅਲਟੀਮੇਟ ਲੋਡ. ਜੋ ਵੀ ਸਰਵਿਸਿਬਿਲਿਟੀ ਉਹ ਸਿਰਫ ਵਰਕਿੰਗ ਲੋਡ ਦੇ ਅਗੇਂਸਟ ਹੀ ਕੈਲਕੂਲੇਟ ਕੀਤਾ ਜਾਂਦਾ ਹੈ. ਦੇਅਰ ਆਰ ਟੂ ਇੰਪੋਰਟੈਂਟ ਲਿਮਿਟ ਸਟੇਟ ਆਫ ਸਰਵਿਸਿਬਿਲਿਟੀ: ਲਿਮਿਟ state of deflection, limit state of cracking. There is a comparison between the working stress method and limit state method. Working stress method is based upon the behavior of the structure under service load, that is working load, not upon the ultimate load. But limit state ਦੇ ਵਿੱਚ ਸਟਰਕਚਰ ਨੂੰ ਡਿਜ਼ਾਈਨ ਕੀਤਾ ਜਾਂਦਾ ਮੋਸਟ ਕ੍ਰਿਟੀਕਲ ਲਿਮਿਟ ਸਟੇਟ ਦੇ ਲਈ ਅਤੇ ਫਿਰ ਉਹਨੂੰ ਚੈੱਕ ਕੀਤਾ ਜਾਂਦਾ ਅਦਰ ਲਿਮਿਟ ਸਟੇਟ ਦੇ ਲਈ. ਵਰਕਿੰਗ ਸਟ੍ਰੈਸ ਮੈਥਡ ਦਾ ਸੈਕਿੰਡ ਪੁਆਇੰਟ ਹੈ ਇਹ ਦਿਸ ਮੈਥਡ ਇਜ਼ ਅਸਿਊਮ ਟੂ ਬੀ ਡਿਟਰਮਿਨਿਸਟਿਕ ਮਤਲਬ ਇਹਦੇ ਵਿੱਚ ਫੋਰਸਿਸ, ਬੈਂਡਿੰਗ ਮੂਵਮੈਂਟ ਐਕਸੈਕਟਰਾ ਜੋ ਵੀ ਹੈ ਆਸਾਨੀ ਦੇ ਨਾਲ ਡਿਟਰਮਿਨ ਕੀਤੀਆਂ ਜਾ ਸਕਦੀਆਂ ਕਿਉਂਕਿ ਸਾਰਾ ਲੋਡਸ ਜਾਂ ਸਟ੍ਰੈਸਿਸ ਜਾਂ ਫੈਕਟਰ ਸੇਫਟੀ ਆਪਾਂ ਨੂੰ ਪਤਾ ਹੁੰਦਾ. ਬਟ ਲਿਮਿਟ ਸਟੇਟ ਆਫ ਮੈਥਡ ਇੱਕ ਨੋਨ ਡਿਟਰਮਿਨਿਸਟਿਕ ਆ ਬਿਕੋਜ਼ ਲੋਡ ਅਤੇ ਸਟ੍ਰੈਸਿਸ ਪ੍ਰਡਿਕਟ ਹੀ ਕੀਤੀਆਂ ਜਾਂਦੀਆਂ ਅਪੋਨ ਦਾ ਬੇਸਡ ਅਪੋਨ ਦਾ ਐਕਸਪੀਰੀਅੰਸ ਐਂਡ ਦਾ ਫੀਲਡ ਡਾਟਾ. based upon the experience and field data. Ultimate load ਦੇ ਅਗੇਂਸਟ ਸੇਫਟੀ ਵਰਕਿੰਗ ਸਟ੍ਰੈਸ ਮੈਥਡ ਦੇ ਵਿੱਚ ਨਹੀਂ ਪਤਾ ਹੁੰਦੀ ਲੇਕਿਨ ਲਿਮਿਟ ਸਟੇਟ ਮੈਥਡ ਦੇ ਵਿੱਚ ਲਿਮਿਟ ਸਟੇਟ ਆਫ ਕੋਲੈਪਸ ਐਂਡ ਸਰਵਿਸਿਬਿਲਿਟੀ ਵਾਲੀਆਂ ਲਿਮਿਟਸ ਸਾਰੀਆਂ ਸੈਟਿਸਫਾਈ ਹੋ ਜਾਂਦੀਆਂ ਹਨ. ਵਰਕਿੰਗ ਸਟ੍ਰੈਸ ਮੈਥਡ ਜਿਹੜਾ ਬੇਸਡ ਹੈ ਲੀਨੀਅਰ ਸਟ੍ਰੈਸ ਡਿਸਟਰੀਬਿਊਸ਼ਨ ਦੇ ਵਿੱਚ ਲੇਕਿਨ ਲਿਮਿਟ ਸਟੇਟ ਮੈਥਡ ਜਿਹੜਾ ਹੈ ਉਹ ਬੇਸਡ ਹੈ ਨੋਨ ਲੀਨੀਅਰ ਸਟ੍ਰੈਸ ਡਿਸਟਰੀਬਿਊਸ਼ਨ. ਇਸ ਕਰਕੇ ਇਹਦੇ ਵਿੱਚ ਜਿਹੜੀਆਂ ਇਨਇਲਾਸਟਿਕ ਸਟ੍ਰੇਨ ਵੀ ਆ ਉਹਨੂੰ ਵੀ ਆਪਾਂ ਕੰਸੀਡਰ ਕਰਦੇ ਹਾਂ ਇਹਦੇ ਵਿੱਚ ਲਿਮਿਟ ਸਟੇਟ ਮੈਥਡ ਦੇ ਵਿੱਚ. Next is a characteristic strength of concrete. Characteristic strength of concrete ਕਾਫੀ ਇੰਪੋਰਟੈਂਟ ਪੁਆਇੰਟ ਹੈ. ਅਗਰ ਮੈਂ ਗੱਲ ਕਰਾਂ ਇੰਟਰਵਿਊ ਕੁਐਸਚਨ ਦੇ ਰਿਗਾਰਡਿੰਗ ਅਗਰ ਤੁਸੀਂ ਅੱਗੇ ਫਿਲਹਾਲ ਕਿਤੇ ਇੰਟਰਵਿਊ ਦੇਣੀ ਸਾਈਡ ਜੋਬ ਦੇ ਲਈ ਜਾਂ ਸੀਮੈਂਟ ਕੰਕਰੀਟ ਦੇ ਨਾਲ ਰਿਲੇਟਡ ਕੋਈ ਵੀ ਇੰਟਰਵਿਊ ਹੋਏਗੀ ਜਾਂ ਗੌਰਮੈਂਟ ਐਗਜ਼ਾਮ ਦੇ ਵਿੱਚ ਦੇ ਲਈ ਵੀ ਇੰਪੋਰਟੈਂਟ ਹੈ. ਕੋਈ ਵੀ ਸਾਈਡ ਦੇ ਉੱਪਰ ਤੁਸੀਂ ਸਿੰਪਲੀ ਕੋਈ ਟੈਸਟ ਕਰੋਗੇ ਤਾਂ ਕੰਕਰੀਟ ਦੇ ਉੱਪਰ ਟੈਸਟ ਤਾਂ ਜ਼ਰੂਰ ਕਰੋਗੇ. ਉਹਦੇ ਲਈ ਕਰੈਕਟਰਿਸਟਿਕ ਸਟਰੈਂਥ ਕੀ ਹੁੰਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ. ਉਹ ਕਰੈਕਟਰਿਸਟਿਕ ਸਟਰੈਂਥ ਕੰਕਰੀਟ ਦੀ ਮੇ ਬੀ ਡਿਫਾਈਨਡ ਐਜ਼ ਦਾ ਕੰਪਰੈਸਿਵ ਸਟਰੈਂਥ of 150 mm³ after 28 days of curing, expressed in Newton per mm square. Square is the power of mm, below which not more than 5% of the test result are expected to fall.
ਇਹਦਾ ਮਤਲਬ ਆ ਕਰੈਕਟਰਿਸਟਿਕ ਸਟਰੈਂਥ ਕੰਕਰੀਟ ਦੀ ਇੱਕ 150 mm ਸਾਈਜ਼ ਕਿਊਬ ਦਾ ਹੋਏਗਾ। ਉਹਦੇ ਵਿੱਚ ਆਪਾਂ ਉਹਦੀ ਆਇਲਿੰਗ ਕਰਾਂਗੇ 150 mm ਕਿਊਬ ਮੋਲਡ ਦੇ ਸਾਈਜ਼ ਨੂੰ। ਉਹਦੇ ਵਿੱਚ ਸੀਮੈਂਟ ਕੰਕਰੀਟ ਦਾ ਮਿਕਸਚਰ ਬਣਾਵਾਂਗੇ ਐਜ਼ ਪਰ ਰਿਕੁਆਇਰਡ ਪ੍ਰਪੋਰਸ਼ਨ ਜੋ ਵੀ ਅਵੇਲੇਬਲ ਆ, ਜੋ ਜਿਸ ਦੀ ਵੀ ਆਪਾਂ ਕੰਪਰੈਸਿਵ ਸਟਰੈਂਥ ਚੈੱਕ ਕਰਨੀ ਹੈ। ਉਹਦਾ ਮਿਕਸ ਬਣਾ ਕੇ ਜਦੋਂ ਗ੍ਰੀਨ ਸਟੇਜ ਦੇ ਵਿੱਚ ਹੋਏਗਾ ਕਿਊਬਿਕਲ ਮੋਲਡ ਦੇ ਵਿੱਚ ਉਹਨੂੰ ਫਿਲ ਕਰਾਂਗੇ 150 mm ਕਿਊਬ ਦੇ ਵਿੱਚ। ਅਤੇ 28 ਦਿਨ ਦੇ ਬਾਅਦ ਇੱਕ ਦਿਨ ਤੋਂ ਬਾਅਦ ਹਾਰਡ ਹੋਣ ਤੋਂ ਬਾਅਦ ਉਹਨੂੰ ਕਿਉਰਿੰਗ ਦੇ ਲਈ ਪੌਂਡ ਦੇ ਵਿੱਚ ਰੱਖ ਦਿੱਤਾ ਜਾਏਗਾ। ਅਤੇ 28 ਦਿਨ ਤੋਂ ਬਾਅਦ ਉਹਨੂੰ ਬਾਹਰ ਕੱਢ ਦਿੱਤਾ ਜਾਵੇਗਾ। ਫਿਰ ਉਹਨੂੰ ਡਰਾਈ ਕਰਕੇ ਉਹਦੇ ਉੱਪਰ ਕੰਪੈਕਸ਼ਨ ਟੈਸਟਿੰਗ ਮਸ਼ੀਨ ਹੁੰਦੀ ਹੈ ਇੱਕ CTM ਜਾਂ CTM, ਉਹਦੇ ਵਿੱਚ ਆਪਾਂ ਇੱਕ ਕਿਊਬ ਨੂੰ ਫਿੱਟ ਕਰਕੇ ਇਹਦੇ ਉੱਪਰ ਲੋਡ ਅਪਲਾਈ ਕੀਤਾ ਜਾਏਗਾ 28 ਦਿਨ ਤੋਂ ਬਾਅਦ। ਫਿਰ ਉਹਦੇ ਉੱਤੇ ਲੋਡ ਅਪਲਾਈ ਕਰਨ ਤੋਂ ਬਾਅਦ ਜਦੋਂ ਪਹਿਲਾ ਕਰੈਕ ਆ ਜਾਂਦਾ ਕਿਊਬ ਦੇ ਉੱਪਰ, ਉਹ ਵੈਲਿਊ ਲੋਡ ਦੀ ਕੈਲਕੂਲੇਟ ਕਰ ਲਈ ਜਾਂਦੀ ਹੈ। ਉਹਨੂੰ ਜਿੰਨਾ ਕ੍ਰੋਸ ਸੈਕਸ਼ਨ ਏਰੀਆ ਦੇ ਉੱਪਰ ਲੋਡ ਲੱਗ ਰਿਹਾ ਸੀ, ਦੈਟ ਇਜ਼ 150 into 150, ਜਾਂ ਉਹਦੇ ਉੱਪਰ ਜੋ CTM ਦਾ ਕੁਛ ਕ੍ਰੋਸ ਸੈਕਸ਼ਨਲ ਏਰੀਆ ਹੋਏਗਾ ਮਸ਼ੀਨ ਦਾ, ਜਿੰਨੇ ਏਰੀਆ ਦੇ ਥਰੂ ਲੋਡ ਉਹਦੇ ਉੱਪਰ ਪੈ ਰਿਹਾ ਸੀ, ਉਹਨੂੰ ਡਿਵਾਈਡ ਕਰਕੇ ਸਟਰੈਸ ਦੀ ਵੈਲਿਊ ਆ ਜਾਏਗੀ। ਉਹ ਸਟਰੈਂਥ ਜਿਹੜੀ ਹੋਏਗੀ ਉਹ ਹੈ ਕਰੈਕਟਰਿਸਟਿਕ ਕੰਪਰੈਸਿਵ ਸਟਰੈਂਥ ਇੱਕ ਕਿਊਬ ਦੀ। ਇਸੇ ਤਰ੍ਹਾਂ ਆਪਾਂ 100 ਅਗਰ ਕਿਊਬ ਲਈਏ, 100 ਦੇ ਵਿੱਚੋਂ 5% ਟੈਸਟ ਜਿਹੜੀਆਂ 5% ਟੈਸਟ ਮਤਲਬ 100 ਦੇ ਵਿੱਚੋਂ ਅਗਰ 5 ਕਿਊਬ ਦੀ ਵੈਲਿਊਜ਼ ਸਭ ਤੋਂ ਜਿਹੜੀਆਂ ਘੱਟ ਹੋਣਗੀਆਂ ਉਹਨਾਂ ਨੂੰ ਕੱਢ ਦਈਏ, ਉਸ ਤੋਂ ਬਾਅਦ ਜਿਹੜੀ 6ਵੀਂ ਵੈਲਿਊ ਹੋਏਗੀ ਉਹ ਕਰੈਕਟਰਿਸਟਿਕ ਸਟਰੈਂਥ ਹੋਏਗੀ ਕੰਕਰੀਟ ਦੀ। ਮਤਲਬ ਜਿੰਨੇ ਵੀ ਨੰਬਰ ਆਫ ਕਿਊਬਸ ਲਵਾਂਗੇ ਉਹਦੇ ਜਿਹੜੇ 5% ਟੈਸਟ ਸਪੈਸੀਮਨ ਹੋਣਗੇ ਉਹਨਾਂ ਦੀਆਂ ਵੈਲਿਊਜ਼ ਕਰੈਕਟਰਿਸਟਿਕ ਕੰਪਰੈਸਿਵ ਸਟਰੈਂਥ ਤੋਂ ਘੱਟ ਹੋਣਗੀਆਂ, ਲੇਕਿਨ ਜਿਹੜੀ 95% ਕਿਊਬ ਹੋਣਗੇ ਜਾਂ ਟੈਸਟ ਸੈਂਪਲ ਹੋਣਗੇ ਉਸ ਦੀ ਵੈਲਿਊ ਕਰੈਕਟਰਿਸਟਿਕ ਸਟਰੈਂਥ ਆਫ ਕੰਕਰੀਟ ਤੋਂ ਜ਼ਿਆਦਾ ਹੋਏਗੀ। ਸੋ ਇਸੇ ਤਰ੍ਹਾਂ ਆਪਾਂ ਕਰੈਕਟਰਿਸਟਿਕ ਕੰਪਰੈਸਿਵ ਸਟਰੈਂਥ ਦੀ ਵੈਲਿਊ ਕੈਲਕੂਲੇਟ ਕਰ ਲਵਾਂਗੇ। ਇਹਨੂੰ ਡਿਨੋਟ ਕੀਤਾ ਜਾਂਦਾ FCK, F ਮੀਨ ਕਰੈਕਟਰਿਸਟਿਕ ਸਟਰੈਂਥ, CK ਫॉर द ਕੰਪਰੈਸਿਵ ਸਟਰੈਂਥ ਆਫ ਕੰਕਰੀਟ। ਡਿਜ਼ਾਈਨ ਵੈਲਿਊ ਜਿਹੜੀ ਵੀ ਹੋਏਗੀ ਉਹ ਮੀਨ ਸਟਰੈਂਥ ਤੋਂ ਘੱਟ ਹੋਏਗੀ। Here is a frequency distribution curve for the characteristic strength of the concrete. You can see the curve. FCK stands for characteristic compressive strength, FCM stands for mean strength, and characteristic strength is always lower than the FCM. 1.65 into sigma is the standard deviation. Next there is a calculation for the characteristic strength is equal to mean strength minus K into standard deviation. Mean strength minus K into standard deviation, notation लिखी हुई है FCK FCM। K ਦੀ ਵੈਲਿਊ ਜਿਹੜੀ ਹੈ constant 1.65 ਹੋਏਗੀ for the 5% area of the curve। ਇੱਥੇ ਕੁਐਸਚਨ ਕਿਸੇ ਵੀ ਕੰਕਰੀਟ ਸਟਰਕਚਰ ਦਾ ਅਗਰ ਡਿਜ਼ਾਈਨ ਕਰਨਾ, ਕੰਕਰੀਟ ਸਟਰਕਚਰ ਦਾ ਜਦੋਂ ਡਿਜ਼ਾਈਨ ਕਰੀਦਾ ਉਹਦੀ ਜਿਹੜੀ ਕਰੈਕਟਰਿਸਟਿਕ ਸਟਰੈਂਥ ਆ ਉਹ 28 ਡੇਜ਼ ਦੇ ਬਾਅਦ ਹੀ ਕਿਉਂ ਕੀਤੀ ਜਾਂਦੀ, ਜਾਂ ਕਿਸੇ ਵੀ ਕੰਕਰੀਟ ਸਟਰਕਚਰ ਦਾ ਡਿਜ਼ਾਈਨ 28 ਡੇਜ਼ ਕਰੈਕਟਰਿਸਟਿਕ ਸਟਰੈਂਥ ਦੇ ਉੱਪਰ ਕਿਉਂ ਬੇਸ ਹੁੰਦਾ। ਕਿਉਂਕਿ ਤੁਸੀਂ ਕੰਕਰੀਟ ਟੈਕਨੋਲੋਜੀ ਦੇ ਵਿੱਚ ਪੜ੍ਹਿਆ ਹੋਵੇਗਾ ਜਾਂ ਤੁਹਾਨੂੰ ਨੌਲੇਜ ਹੋਵੇਗੀ, ਕੰਕਰੀਟ ਜਿਹੜੀ ਹੈ ਸਟਰੈਂਥ ਗੇਨ ਕਰਦਾ ਰਹਿੰਦਾ ਵਿਦ ਦੀ ਟਾਈਮ। ਜਿਹੜੀ ਕੰਕਰੀਟ ਦੀ ਸਟਰੈਂਥ ਹੁੰਦੀ 28 ਡੇਜ਼ ਦੇ ਬਾਅਦ, ਅਤੇ ਉਹ ਅਗਰ ਉਹਦੀ ਰਿਲੇਸ਼ਨ ਕੱਢੀਏ 1 year ਸਟਰੈਂਥ ਦੇ ਨਾਲ, ਉਹ ਅਪਰੋਕਸੀਮੇਟਲੀ 80% ਹੁੰਦਾ। ਇਸੇ ਕਰਕੇ ਜਿਹੜੀ ਕੰਕਰੀਟ ਦਾ ਡਿਜ਼ਾਈਨ ਆ ਉਹ 28 ਡੇਜ਼ ਕਰੈਕਟਰਿਸਟਿਕ ਸਟਰੈਂਥ ਦੇ ਉੱਪਰ ਬੇਸਡ ਹੈ। ਇੱਥੇ ਕੁਛ ਰਿਲੇਸ਼ਨਸ ਵੀ ਆ ਸਟਰੈਂਥ ਆਫ ਕੰਕਰੀਟ ਡਿਫਰੈਂਟ ਡੇਜ਼ ਦੇ ਲਈ। ਕਾਫੀ ਸਾਰੇ ਕੁਐਸਚਨ ਇਹਦੇ ਵਿੱਚੋਂ ਪੁੱਛੇ ਜਾਂਦੇ ਆ। ਅਗਰ ਤੁਸੀਂ ਗੌਰਮੈਂਟ ਟੈਸਟ ਦੀ ਤਿਆਰੀ ਕਰੋਗੇ ਆਫਟਰ ਡਿਪਲੋਮਾ ਜਾਂ ਆਫਟਰ BTech, ਉਹਦੇ ਵਿੱਚ ਕਾਫੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਮਿਲਣਗੇ। ਸਟਰੈਂਥ ਆਫ ਸੀਮੈਂਟ ਕੰਕਰੀਟ 7 ਦਿਨ ਤੋਂ ਬਾਅਦ
ਜਿਹੜੀ ਸਟਰੈਂਥ ਹੋਏਗੀ ਸੀਮੈਂਟ ਕੰਕਰੀਟ ਦੀ ਉਹ 28 ਡੇਜ਼ ਦੇ ਹੀ 0.67 ਜਾਂ 2/3 ਟਾਈਮਸ ਹੋਏਗੀ। ਜਿਹੜੀ ਸਟਰੈਂਥ ਆਫ ਸੀਮੈਂਟ ਕੰਕਰੀਟ ਹੋਏਗੀ ਆਫਟਰ 3 ਮੰਥ, 3 ਮਹੀਨਿਆਂ ਦੇ ਬਾਅਦ ਜਿਹੜੀ ਸਟਰੈਂਥ ਹੋਏਗੀ ਉਹ 1.15 ਟਾਈਮਸ ਹੋਏਗੀ 28 ਡੇਜ਼ ਸਟਰੈਂਥ ਦੇ ਨਾਲੋਂ। ਅਤੇ ਜਿਹੜੀ ਸਟਰੈਂਥ ਆਫ ਕੰਕਰੀਟ ਹੋਏਗੀ ਆਫਟਰ 1 ਈਅਰ ਉਹ 28 ਡੇਜ਼ ਸਟਰੈਂਥ ਦੇ ਨਾਲ 20 ਜਾਂ 25% ਜ਼ਿਆਦਾ ਹੋਏਗੀ। ਜਿੱਦਾਂ ਕਿ ਪਹਿਲਾਂ ਆਪਾਂ ਪੜ੍ਹਿਆ 28 ਡੇਜ਼ ਸਟਰੈਂਥ ਇਜ਼ ਅਪਰੋਕਸੀਮੇਟਲੀ 80% ਆਫ ਦਾ 1 ਈਅਰ ਸਟਰੈਂਥ। ਅਤੇ ਕੰਕਰੀਟ ਜਿਹੜੀ ਆਪਣੀ 99.9% ਸਟਰੈਂਥ ਗੇਨ ਕਰ ਲੈਂਦਾ ਆਫਟਰ 3 ਈਅਰ। ਉਹਦਾ ਟਾਈਮ ਦੇ ਨਾਲ ਕੰਕਰੀਟ ਹਮੇਸ਼ਾ ਆਪਣੀ ਸਟਰੈਂਥ ਗੇਨ ਕਰਦਾ ਰਹਿੰਦਾ। ਇੱਕ ਸਟੱਡੀ ਕੀਤੀ ਗਈ 99.9% ਸਟਰੈਂਥ 3 ਸਾਲ ਦੇ ਵਿੱਚ ਇਹ ਗੇਨ ਕਰ ਲੈਂਦਾ ਹੈ। ਨੈਕਸਟ ਹੈ M20 ਕੰਕਰੀਟ ਟੈਕਨੋਲੋਜੀ ਦੇ ਵਿੱਚ ਪੜ੍ਹਿਆ ਹੋਏਗਾ, ਮੈਂ ਇੱਕ ਵਾਰੀ ਰਿਵਾਈਜ਼ ਕਰਾ ਦਿਆਂ। M20 ਦਾ ਮਤਲਬ ਕੀ ਹੈ? M ਸਟੈਂਡ ਫॉर ਦਾ ਡਿਜ਼ਾਈਨ ਮਿਕਸ। 20 ਦਾ ਮਤਲਬ ਹੈ ਜਾਂ ਕਿਸੇ ਵੀ ਨੰਬਰ ਦਾ ਮਤਲਬ ਹੈ ਕਰੈਕਟਰਿਸਟਿਕ ਸਟਰੈਂਥ। ਹੁਣ ਕਰੈਕਟਰਿਸਟਿਕ ਸਟਰੈਂਥ ਕੀ ਹੁੰਦੀ ਹੈ ਤੁਹਾਨੂੰ ਪਹਿਲਾਂ ਹੀ ਆਲਰੇਡੀ ਦੱਸ ਚੁੱਕਾ। ਸੋ M20 ਇਹ ਯਾਦ ਰੱਖਣਾ। ਕਾਫੀ ਸਾਰੇ ਗ੍ਰੇਡਸ ਹੁੰਦੇ ਆ ਕੰਕਰੀਟ ਦੇ ਅਕੋਰਡਿੰਗ ਟੂ IS 456/2000 ਦੇ ਟੇਬਲ ਨੰਬਰ 2 ਕਲੋਜ਼ ਨੰਬਰ 6.1 ਦੇ ਅਕੋਰਡਿੰਗ ਇਹ ਟੇਬਲ ਤੁਸੀਂ IS 456 ਦੇ ਵਿੱਚ ਦੇਖ ਸਕਦੇ ਹੋ। ਉਹਦੇ ਵਿੱਚੋਂ ਟੇਬਲ ਲਿਆ ਹੈ। ਆਰਡੀਨਰੀ ਕੰਕਰੀਟ ਦੇ ਤਿੰਨ ਗ੍ਰੇਡ ਹਨ, M10, M15, 20। ਹੁਣ ਗ੍ਰੇਡ ਦੇ ਨਾਲ ਹੀ ਉਹਦੀ ਸਪੈਸੀਫਾਈਡ ਕਰੈਕਟਰਿਸਟਿਕ ਸਟਰੈਂਥ ਲਿਖੀ ਹੋਈ ਹੈ 150 mm³ ਦੀ ਐਟ 28 ਡੇਜ਼। 28 ਦਿਨਾਂ ਦੇ ਬਾਅਦ ਉਹਦੀ ਜਿਹੜੀ ਕਰੈਕਟਰਿਸਟਿਕ ਕੰਪਰੈਸਿਵ ਸਟਰੈਂਥ ਦੀ ਵੈਲਿਊ ਲਿਖੀ ਹੋਈ ਹੈ M10 ਦੀ 10, M15 ਦੀ 15, M20 ਦੀ 20। ਇਹਦਾ ਮਤਲਬ ਹੈ ਜਿੰਨਾ ਨੰਬਰ ਲਿਖਿਆ ਹੋਇਆ M ਤੋਂ ਬਾਅਦ ਉਹਦੀ ਕਰੈਕਟਰਿਸਟਿਕ ਕੰਪਰੈਸਿਵ ਸਟਰੈਂਥ ਦੀ ਵੈਲਿਊ ਆ Nm/mm² ਦੇ ਵਿੱਚ। ਆਰਡੀਨਰੀ ਕੰਕਰੀਟ ਦੇ 3 ਗ੍ਰੇਡ ਹਨ। ਸਟੈਂਡਰਡ ਕੰਕਰੀਟ ਦੇ M25 ਤੋਂ ਲੈ ਕੇ M55 ਤੱਕ ਦੈਟ ਇਜ਼ 7 ਗ੍ਰੇਡ 1 2 3 4 5 6 7 ਗ੍ਰੇਡ। ਉਸ ਤੋਂ ਬਾਅਦ ਹਾਈ ਸਟਰੈਂਥ ਕੰਕਰੀਟ ਹੈ M60 ਤੋਂ ਲੈ ਕੇ M80 ਤੱਕ। ਇਸੇ ਤਰ੍ਹਾਂ ਇਹਨਾਂ ਦੇ ਕਰੈਕਟਰਿਸਟਿਕ ਸਟਰੈਂਥ ਦੀ ਵੈਲਿਊ ਅਕੋਰਡਿੰਗ ਟੂ ਗ੍ਰੇਡਸ ਇਹਦੇ ਵਿੱਚ ਟੇਬਲ ਨੰਬਰ 2 ਦੇ ਵਿੱਚ ਸਪੈਸੀਫਾਈਡ ਹਨ। ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਅਗਰ ਕੁਛ ਫਿਲਅਪਸ ਜਾਂ ਟਰੂ ਫਾਲਸ ਇਸ ਤਰ੍ਹਾਂ ਦੇ ਆਉਂਦੇ ਤਾਂ ਇਹ ਕੋਡ ਦੇ ਵਿੱਚ ਡਾਇਰੈਕਟਲੀ ਦਿੱਤਾ ਹੋਇਆ ਟੇਬਲ ਨੰਬਰ 2 ਦੇ ਵਿੱਚ। ਸੋ ਇਹਨੂੰ ਯਾਦ ਰੱਖਣਾ। ਕੁਛ ਰੈਫਰੈਂਸਿਸ ਜੋ ਇਸ ਵੀਡੀਓ ਨੂੰ ਬਣਾਉਣ ਦੇ ਲਈ IS 456/2000 ਇਹ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ। NPTEL ਨੋਟਸ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ। ਤੁਸੀਂ ਸਿੰਪਲੀ ਗੂਗਲ 'ਤੇ NPTEL ਨੋਟਸ ਡਿਜ਼ਾਈਨ ਆਫ ਕੰਕਰੀਟ ਸਟਰਕਚਰ ਦੇ ਵਿੱਚ ਇਹ ਡਾਊਨਲੋਡ ਕਰ ਸਕਦੇ ਹੋ। ਕੁਛ ਟੈਕਸਟ ਬੁੱਕਸ ਤੁਸੀਂ ਜਿਹੜੀਆਂ ਮਰਜ਼ੀ ਰੈਫਰ ਕਰ ਸਕਦੇ ਹੋ। ਜੋ ਮੈਂ ਕੀਤੀਆਂ ਹਨ ਉਹ ਇਹ ਹਨ ਰਜੀਵ ਭਾਟੀਆ AK ਜੈਨ। ਕੁਛ ਡਿਪਲੋਮਾ ਕੋਰਸ ਦੇ ਪ੍ਰੀਵੀਅਸ ਈਅਰ ਪੇਪਰਸ ਰੈਫਰ ਕੀਤੇ ਸਨ ਜਾਂ ਐਂਡ ਗੂਗਲ ਵੈਬਸਾਈਟ। ਸੋ ਆਈ ਹੋਪ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਆਸ ਕਰਦਾ। ਥੈਂਕ ਯੂ।